ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਮੁੱਢ ਕਦੀਮ ਤੋਂ ਕੱਤਕ ਪੁੰਨਿਆ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਪੋਹ ਸੁਦੀ 7ਵੀਂ ਨੂੰ ਮਨਾਇਆ ਜਾਂਦਾ ਰਿਹਾ ਹੈ। ਇਸ ਵਿੱਚ ਕੋਈ ਦੁਬਿਧਾ ਨਹੀਂ ਸੀ। ਸਾਰੇ ਦੇ ਸਾਰੇ ਇਤਿਹਾਸਕ ਸਰੋਤਾਂ, ਸਾਰੇ ਦੇ ਸਾਰੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਹਰ ਥਾਂ ਦੇ ਉੱਤੇ ਇਹੀ ਮਿਤੀਆਂ ਲਿਖੀਆਂ ਸੀ ਔਰ ਹਮੇਸ਼ਾ ਹੀ ਇਹਨਾਂ ਮਿਤੀਆਂ ਦੇ ਉੱਤੇ ਹੀ, ਇਹਨਾਂ ਤਰੀਕਾਂ ਦੇ ਉੱਤੇ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ ਸਾਰੇ ਜਗਤ ਵਿੱਚ ਮਨਾਇਆ ਜਾਂਦਾ ਰਿਹਾ। ਪਰ ਜਾਪਦਾ ਹੈ ਅਸੀਂ ਕੋਈ ਵੀ ਦੁਬਿਧਾ ਨਾ ਹੋਵੇ ਪਰ ਉਸ ਨੂੰ ਦੁਬਿਧਾ ਖੜੀ ਕਰਨ ਦੇ ਵਿੱਚ ਮਹਾਰਤ ਹਾਸਲ ਕਰ ਲਈ ਹੈ। 1999 ਦੇ ਵਿੱਚ ਖਾਲਸੇ ਦੇ ਵਿਹੜੇ ਵਿੱਚ ਨਾਨਕਸ਼ਾਹੀ ਨਾਮ ਦਾ ਇੱਕ ਐਸਾ ਕੈਲੰਡਰ ਲਿਆਂਦਾ ਗਿਆ ਜਿਸ ਨੇ ਕਿ ਇਤਨੀ ਦੁਬਿਧਾ ਖੜੀ ਕਰ ਦਿੱਤੀ ਕਿ ਹਰ ਸਾਲ ਹੀ ਇਹ ਝਮੇਲਾ ਪੈਣ ਲੱਗ ਪਿਆ ਔਰ ਇਸ ਸਾਲ ਵੀ ਇਸ ਨੂੰ ਪਾਇਆ ਗਿਆ। ਇਸ ਦੇ ਵਿੱਚ ਕੁਝ ਸਵਾਲ ਹਨ ਜਿਹੜੇ ਸਮਝਣ ਵਾਲੇ ਹਨ। ਸਭ ਤੋਂ ਪਹਿਲਾ ਤਾਂ ਇਹ ਹੈ ਕਿ ਪੋਹ ਸੁਦੀ 7ਵੀਂ ਹੁੰਦਾ ਕੀ ਹੈ। ਜਿਹੜਾ ਕੈਲੰਡਰ ਗੁਰੂ ਸਾਹਿਬ ਨੇ ਅਪਣਾਇਆ, ਜਿਹੜਾ ਸ਼ੁਰੂ ਤੋਂ ਗੁਰਬਾਣੀ ਦੇ ਵਿੱਚ ਅੰਕਿਤ ਹੈ, ਜਿਸ ਦੇ ਹਵਾਲੇ ਗੁਰਬਾਣੀ ਦੇ ਵਿੱਚ ਵੀ ਦਿੱਤੇ ਗਏ ਹਨ, ਪੋਹ ਸੁਦੀ 7ਵੀਂ ਜਿਹੜਾ ਕੈਲੰਡਰ ਹੈ, ਜਿਹੜਾ ਕੈਲੰਡਰ ਚੇਤ ਤੋਂ ਫੱਗਣ ਤੱਕ ਹੈ, ਉਸ ਕੈਲੰਡਰ ਦੇ ਵਿੱਚ ਪੋਹ ਸੁਦੀ 7ਵੀਂ ਉਹ ਤਰੀਕ ਹੈ ਜਦੋਂ ਮੱਸਿਆ ਅਮਾਵਸਿਆ ਜਾਂ ਨਿਊ ਮੂਨ ਕਿਹਾ ਜਾਂਦਾ ਹੈ, ਉਸ ਤੋਂ 7ਵੇਂ ਦਿਨ ਨੂੰ ਪੋਹ ਸੁਦੀ 7ਵੀਂ ਕਿਹਾ ਜਾਂਦਾ ਹੈ। ਇਸ ਵਿੱਚ ਕੋਈ ਦੁਬਿਧਾ ਨਹੀਂ। ਇੱਕ ਬੜਾ ਵੱਡਾ ਭੁਲੇਖਾ ਇਹ ਪੈਦਾ ਕੀਤਾ ਗਿਆ ਕਿ ਇਸ ਨੂੰ ਜਾਣਨ ਲਈ ਪੰਡਤ ਕੋਲ ਜਾਣਾ ਪਏਗਾ, ਬ੍ਰਾਹਮਣ ਕੋਲ ਜਾਣਾ ਪਏਗਾ, ਲੋਕਾਂ ਕੋਲੋਂ ਪੁੱਛਣੀ ਪਏਗੀ ਕਿ ਪੋਹ ਸੁਦੀ 7ਵੀਂ ਕਦੋਂ ਹੈ। ਦਰਅਸਲ ਇਸ ਤੋਂ ਵੱਡਾ ਝੂਠ ਕੋਈ ਹੋ ਨਹੀਂ ਸਕਦਾ। ਤੁਸੀਂ ਇੱਥੇ ਅਮਰੀਕਾ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਬੱਚੇ ਨੂੰ ਵੀ ਕਹੋ, ਉਹ ਗੂਗਲ ਦਾ ਕੈਲੰਡਰ ਖੋਲੇਗਾ ਔਰ ਲਿਊਨਰ ਕੈਲੰਡਰ ਕੱਢ ਕੇ ਉਹਦੇ ਵਿੱਚ ਦਸੰਬਰ ਮਹੀਨੇ ਜਾਂ ਪੋਹ ਮਹੀਨੇ ਦੀ ਜਦੋਂ ਵੀ ਮੱਸਿਆ ਹੋਏਗੀ, ਨਿਊ ਮੂਨ ਹੋਏਗਾ, ਜਾਂ ਲੋਕਾਂ ਦੀਆਂ ਘੜੀਆਂ ਦੇ ਵਿੱਚ ਵੀ ਅੱਜ-ਕੱਲ ਸੋਲਰ ਫੇਸ, ਲਿਊਨਰ ਫੇਸ ਲੱਗੇ ਹੁੰਦੇ ਹਨ, ਉਸ ਦੇ ਵਿੱਚ ਜਦੋਂ ਉਹ ਦੇਖੇਗਾ ਤੇ ਉਹ ਜਿਹੜੀ ਤਰੀਕ ਵੀ ਹੋਏਗੀ ਉਹ 7ਵਾਂ ਦਿਨ ਉਸ ਤੋਂ ਉਹ ਪੋਹ ਸੁਦੀ 7ਵੀਂ ਹੋਏਗੀ। ਸਮਝ ਲੈਣਾ ਚਾਹੀਦਾ ਹੈ, ਬੜਾ ਆਸਾਨ ਹੈ ਕਿ ਪੁੰਨਿਆ ਤੋਂ ਬਾਅਦ ਜਿਹੜੀ ਹੈ ਵਧੀ ਹੈ ਔਰ ਮੱਸਿਆ ਤੋਂ ਬਾਅਦ ਉਹ ਸੁਦੀ ਹੁੰਦੀ ਹੈ। ਇਤਨੀ ਆਸਾਨ ਚੀਜ਼ ਸੀ ਜਿਹਦੇ ਵਿੱਚ ਕੋਈ ਦੁਬਿਧਾ ਨਹੀਂ ਸੀ, ਪਰ ਨਹੀਂ, ਇਸ ਦੇ ਵਿੱਚ ਦੁਬਿਧਾ ਵੀ ਖੜੀ ਕਰ ਦਿੱਤੀ ਗਈ। ਹੁਣ ਪੋਹ ਸੁਦੀ 7ਵੀਂ ਨੂੰ ਬਦਲ ਕੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਥੱਲੇ ਇਹ ਕਿਹਾ ਗਿਆ ਕਿ ਇਹ 5 ਜਨਵਰੀ ਅਸੀਂ ਫਿਕਸ ਕਰ ਦਿੱਤੀ ਹੈ। ਦਰਅਸਲ ਬਹੁਤ ਸਧਾਰਨ ਜੀ ਚੀਜ਼ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਦੇ ਵਿੱਚ ਵੀ ਲਿਖਿਆ ਹੈ ਕਿ ਮੱਸਿਆ, ਸੰਗਰਾਂਦ ਜਾਂ ਜਿਹੜੇ ਸੰਗਰਾਂਦ, ਮੱਸਿਆ ਤੇ ਪੁੰਨਿਆ, ਇਹ ਜਿਹੜੇ ਦਿਨ ਹਨ ਇਹ ਕੁਦਰਤ ਦੇ ਅਨੁਸਾਰ ਹੁੰਦੇ ਹਨ, ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ, ਕੋਈ ਵੀ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ। ਪਰ ਕਿਤਨੀ ਹੈਰਾਨੀ ਹੈ ਕਿ ਇਹਨਾਂ ਵਿੱਚ ਵੀ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਕਿਹਾ ਗਿਆ ਕਿ 23 ਪੋਹ ਹੈ। ਹੁਣ ਜੇਕਰ ਮੰਨ ਲਿਆ ਜਾਏ ਕਿ ਇਹ 23 ਪੋਹ ਹੈ ਤਾਂ ਮਹੀਨੇ ਦੀ ਸ਼ੁਰੂਆਤ ਤਾਂ 1 ਪੋਹ ਤੋਂ ਹੋਏਗੀ। ਇਹ ਸੰਗਰਾਂਦ ਹੈ। ਸੰਗਰਾਂਦ ਉਹ ਦਿਨ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਜਾਂਦਾ ਹੈ। ਹੁਣ ਇਹ ਜਿਹੜੀ ਤਰੀਕ ਹੈ ਇਹ ਐਸਟ੍ਰੋਨੋਮਿਕਲ ਹੈ, ਐਸਟ੍ਰੋਲੋਜੀਕਲ ਨਹੀਂ, ਐਸਟ੍ਰੋਨੋਮਿਕਲ ਹੈ, ਜਿਹੜੀ ਕਿ ਨਕਸ਼ਤਰਾਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਨੂੰ ਕੋਈ ਬਦਲ ਨਹੀਂ ਸਕਦਾ। ਇਹ ਤਾਂ ਕੁਦਰਤ ਦਾ ਅਟਲ ਨਿਯਮ ਹੈ ਔਰ ਗੁਰੂ ਸਾਹਿਬ ਨੇ ਇਸ ਨੂੰ ਜੋ ਅਪਣਾਇਆ, ਉਹਨਾਂ ਨੇ ਚੇਤ ਤੋਂ ਫੱਗਣ ਤੱਕ ਦਾ ਕੈਲੰਡਰ, ਚੇਤ ਦੀ ਪਹਿਲੀ ਤਾਰੀਖ ਜਦੋਂ ਉਹਨਾਂ ਨੇ ਫਿਕਸ ਕੀਤੀ ਉਹ ਉਹੀ ਸੀ ਜਿਹੜੀ ਕੁਦਰਤ ਦੀ ਸੀ। ਇਸ ਤਰੀਕੇ ਦੇ ਨਾਲ ਪੋਹ ਦੀ ਜਿਹੜੀ ਤਾਰੀਖ ਹੈ, 1 ਪੋਹ, ਉਹ ਵੀ ਹਰ ਸਾਲ ਬਦਲੇਗੀ। ਕਦੀ 14 ਨੂੰ, ਕਦੀ 15 ਨੂੰ, ਕਦੀ 16 ਨੂੰ ਆਏਗੀ ਦਸੰਬਰ ਵਿੱਚ ਔਰ ਉਸ ਤੋਂ 7ਵਾਂ ਦਿਨ ਜਿਹੜਾ ਹੈ ਪੋਹ ਸੁਦੀ 7ਵੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੋਏਗਾ। ਪਰ ਇੱਥੇ ਉਸ ਡੇਟ ਨੂੰ ਫਿਕਸ ਕਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਅਸੀਂ ਇਸ ਨੂੰ, ਸਾਡੀ ਕਮੇਟੀ ਨੇ ਫਿਕਸ ਕਰ ਦਿੱਤਾ। ਕਮੇਟੀ ਦੇ ਕੋਲ ਇਸ ਤਰ੍ਹਾਂ ਦਾ ਕਿੱਥੋਂ ਅਖਤਿਆਰ ਆ ਗਿਆ ਕਿ ਉਹਨਾਂ ਨੇ ਫਿਕਸ ਕਰ ਦਿੱਤਾ। ਔਰ ਇਸ ਦੇ ਨਾਲ ਦੁਬਿਧਾ ਇਤਨੀ ਜ਼ਿਆਦਾ ਖੜੀ ਹੋ ਗਈ ਕਿ ਜਿਹੜੀ ਡੇਟ 5 ਜਨਵਰੀ ਮੁਕਰਰ ਕਰ ਦਿੱਤੀ ਗਈ, ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ 5 ਜਨਵਰੀ ਨੂੰ ਮਨਾਓ। ਜੇਕਰ ਜੂਲੀਅਨ ਕੈਲੰਡਰ ਹੈ, ਗ੍ਰਿਗੋਰੀਅਨ ਕੈਲੰਡਰ ਹੈ ਜਾਂ ਕੋਈ ਹੋਰ ਕੈਲੰਡਰ ਹੈ, ਉਹ ਕਦੀ ਵੀ ਸੈਂਕੜੇ ਸਾਲ ਪਿੱਛੇ ਦੀ ਕੋਈ ਤਰੀਕ ਲੈਣੀ ਹੋਏ ਤਾਂ ਉਹ ਇੱਕਦਮ ਬੈਕ ਡੇਟ ਕੈਲਕੂਲੇਸ਼ਨ ਕਰਕੇ ਉਸ ਨੂੰ ਲੈ ਸਕਦੇ ਹਨ।
ਪਰ ਜੇ ਇਸ ਕੈਲੰਡਰ ਬਣਾਉਣ ਵਾਲਿਆਂ ਨੂੰ ਕਿਹਾ ਜਾਏ ਕਿ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਤੁਹਾਡੀ 5 ਜਨਵਰੀ ਇਸ ਸਾਲ ਕਹਿ ਰਹੇ ਹੋ, ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪ੍ਰਕਾਸ਼ ਹੋਇਆ ਸੀ ਉਸ ਦਿਨ ਕਿਹੜੀ ਤਾਰੀਖ ਸੀ? ਕੀ ਉਸ ਦਿਨ ਪੋਹ ਸੁਦੀ 7ਵੀਂ ਸੀ? ਕੀ ਉਸ ਦਿਨ 23 ਪੋਹ ਸੀ? ਉਸ ਦਿਨ ਕੀ 5 ਜਨਵਰੀ ਸੀ? ਜੇ ਇਹਨਾਂ ਤਿੰਨਾਂ ਵਿੱਚੋਂ ਕੋਈ ਨਹੀਂ ਸੀ ਤਾਂ ਫਿਰ ਉਹ ਕਿਹੜੀ ਤਾਰੀਖ ਸੀ? ਨਹੀਂ ਦੱਸ ਪਾਉਂਦੇ, ਨਹੀਂ ਦੱਸਣਗੇ, ਕਦੇ ਵੀ ਨਹੀਂ ਦੱਸਣਗੇ, ਕਿਉਂਕਿ ਇਹ 5 ਜਨਵਰੀ ਆਪਣੀ ਮਨਮਰਜ਼ੀ ਦੇ ਨਾਲ ਇਸ ਨੂੰ ਤੈਅ ਕੀਤਾ ਗਿਆ ਹੈ। ਦੂਸਰੀ ਗੱਲ ਇਹ ਹੈ ਕਿ ਕਿਹਾ ਜਾ ਰਿਹਾ ਹੈ ਜੀ ਕਿ ਇਹ ਕੈਲੰਡਰ ਜਿਹੜਾ ਹੈ ਇਹ ਨਾਨਕਸ਼ਾਹੀ ਨਾਮ ਦਾ ਕੈਲੰਡਰ, ਹਾਲਾਂਕਿ ਸਿਰਫ ਇਸ ਦੇ ਵਿੱਚ ਨਾਨਕ ਨਾਮ ਹੈ, ਇਸ ਦੇ ਇਲਾਵਾ ਕੁਝ ਵੀ ਨਹੀਂ ਹੈ। ਨਾ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦਾ, ਨਾ ਇਹ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ, ਜਾਂ ਨਾ ਹੀ ਇਹ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਉਦਾਸੀਆਂ ਹਨ ਉਸ ਤੋਂ ਸ਼ੁਰੂ ਹੁੰਦਾ ਹੈ। ਜੇਕਰ ਇਸਲਾਮ ਦਾ ਕੈਲੰਡਰ ਹੈ, ਹਿਜਰੀ ਕੈਲੰਡਰ ਹੈ, ਉਹ ਜਦੋਂ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਤੋਂ ਸ਼ੁਰੂ ਹੋਇਆ। ਰਾਜਾ ਵਿਕਰਮਾਦਿੱਤਿਆ ਨੇ ਬਿਕਰਮੀ ਕੈਲੰਡਰ ਸ਼ੁਰੂ ਕੀਤਾ। ਕੋਈ ਨਾ ਕੋਈ ਕੈਲੰਡਰ ਦੀ ਕੋਈ ਬੁਨਿਆਦ ਹੁੰਦੀ ਹੈ, ਕੋਈ ਉਸ ਦੀ ਸ਼ੁਰੂਆਤ ਹੁੰਦੀ ਹੈ, ਕੋਈ ਇਬਤਦਾ ਹੁੰਦੀ ਹੈ। ਪਰ ਇਸ ਨਾਨਕਸ਼ਾਹੀ ਕੈਲੰਡਰ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਕੋਈ ਵਾਸਤਾ ਨਹੀਂ, ਬਲਕਿ ਇਸ ਦੇ ਵਿੱਚ ਭੁਲੇਖਾ ਪਾਉਣ ਲਈ ਨਾਂ ਨਾਨਕ ਵਰਤ ਦਿੱਤਾ ਗਿਆ। ਜਿਵੇਂ ਨਿਰੰਕਾਰੀਆਂ ਨੇ ਵੀ ਨਾਨਕ ਨਾਮ ਵਰਤ ਲਿਆ, ਨਿਰੰਕਾਰੀ, ਔਰ ਜਿਵੇਂ ਡੇਰਾ ਸੱਚਾ ਸੌਦਾ ਨੇ ਵੀ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਦਾ ਸੀ ਉਸ ਨੂੰ ਨਾਂ ਵਰਤ ਲਿਆ, ਜਾਂ ਡੇਰਾ ਸਾਹਿਬ ਦੇ ਨਾਂ ਦੇ ਉੱਤੇ ਉਹ ਡੇਰਾ ਨਾਮ ਰੱਖ ਲਿਆ। ਸੋ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਕੁਝ ਵੀ ਨਹੀਂ ਸੀ। ਹੁਣ ਜੇਕਰ ਕਿਹਾ ਜਾਏ ਕਿ ਇਹ ਕੈਲੰਡਰ ਬਿਹਤਰ ਹੈ ਜੀ, ਉਹ ਇਤਨੇ ਸੈਕਿੰਡ, ਇੰਨੇ ਮਿਲੀ ਸੈਕਿੰਡ ਦਾ ਫਰਕ ਪੈ ਜਾਂਦਾ ਹੈ, ਇਹ ਹੋ ਜਾਂਦਾ ਹੈ, ਉਹ ਹੋ ਜਾਂਦਾ ਹੈ, ਅਗਰ ਇਹ ਕਿਹਾ ਜਾਏ ਕੱਲ ਨੂੰ ਤਾਂ ਫਿਰ ਕਿਹਾ ਜਾਏਗਾ ਗੁਰਬਾਣੀ ਸੰਗੀਤ ਵੀ ਇਸ ਤੋਂ ਬਿਹਤਰ ਜਿਹੜਾ ਪੌਪ ਸੰਗੀਤ ਹੈ ਜਾਂ ਕਰਨਾਟਕਾ ਮਿਊਜ਼ਿਕ ਹੈ ਜਾਂ ਹੋਰ ਸੰਗੀਤ ਇਸ ਤੋਂ ਜ਼ਿਆਦਾ ਬਿਹਤਰ ਹੈ। ਪਰ ਇਹ ਗੱਲ ਨਹੀਂ ਹੁੰਦੀ। ਕੱਲ ਨੂੰ ਤਾਂ ਕਿਹਾ ਜਾਏਗਾ ਕਿ ਗੁਰੂ ਸਾਹਿਬ ਦੇ ਅਸਤਰ ਸ਼ਸਤਰ ਬਸਤਰ ਜਾਂ ਉਹ ਜਿਹੜੀ ਆਰਕੀਟੈਕਚਰ ਹੈ ਜਾਂ ਜਿਹੜੇ ਵੀ ਸਾਜ਼ ਹਨ ਉਹ ਸਾਰੇ ਹੀ ਅਸੀਂ ਬਦਲੀ ਕਰੀਏ, ਅਸੀਂ ਇਸ ਤੋਂ ਬਿਹਤਰ ਲੈ ਕੇ ਆਈਏ। ਸਾਨੂੰ ਬਿਹਤਰ ਨਹੀਂ ਚਾਹੀਦਾ, ਸਾਨੂੰ ਗੁਰੂ ਸਾਹਿਬ ਦਾ ਚਾਹੀਦਾ। ਉਹ ਚੀਜ਼ਾਂ ਚਾਹੀਦੀਆਂ ਜਿਹੜੀ ਸਾਨੂੰ ਮੁੜ ਗੁਰੂ ਕਾਲ ਦੇ ਵਿੱਚ ਲੈ ਜਾਣ ਔਰ ਉੱਥੇ ਗੁਰੂ ਸਾਹਿਬ ਤੱਕ ਸਾਨੂੰ ਪਹੁੰਚਾ ਦੇਣ। ਇਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਜੀ ਸਾਲ ਵਿੱਚ 2 ਵਾਰੀ ਗੁਰਪੁਰਬ ਆ ਜਾਂਦਾ ਹੈ। ਕਿਹਦਾ ਗੁਰਪੁਰਬ ਆਉਂਦਾ ਸਾਲ ਵਿੱਚ 2 ਵਾਰੀ? ਕਿਹੜੇ ਸਾਲ ਵਿੱਚ ਆਉਂਦਾ? ਈਸਵੀ ਕੈਲੰਡਰ ਜਾਂ ਈਸਾਈ ਕੈਲੰਡਰ, ਜਿਹੜਾ ਕਿ ਪੋਪ ਗ੍ਰੈਗਰੀ ਚਰਚ ਦੇ ਪੋਪ ਗ੍ਰੈਗਰੀ ਨੇ ਜਿਹੜਾ ਲਾਗੂ ਕੀਤਾ, ਉਸ ਦੇ ਵਿੱਚ ਸਾਲ ਵਿੱਚ 2 ਵਾਰੀ ਆਏਗਾ। ਪਰ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਉਹਨਾਂ ਨੇ ਵੀ ਆਪਣਾ ਕੈਲੰਡਰ ਚੇਤ ਤੋਂ ਫੱਗਣ ਤੱਕ ਰੱਖਿਆ। ਪਰ ਕਿਤਨੀ ਹੈਰਾਨੀ ਦੀ ਔਰ ਦਿਲਚਸਪ ਗੱਲ ਹੈ, ਹਾਸੋਹੀਣੀ ਗੱਲ ਹੈ ਕਿ ਜਦੋਂ ਉਹ ਛਾਪਦੇ ਹਨ ਤਾਂ ਉਹ ਚੇਤ ਤੋਂ ਫੱਗਣ ਤੱਕ ਦਾ ਨਹੀਂ ਛਾਪਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੇਤ ਤੋਂ ਫੱਗਣ ਤੱਕ ਦਾ ਕੈਲੰਡਰ ਛਾਪਦੀ ਹੈ, ਪਰ ਇਹ ਜਨਵਰੀ ਤੋਂ ਦਸੰਬਰ ਤੱਕ ਛਾਪਦੇ ਹਨ। ਹੁਣ ਇਹ ਤਾਂ ਉਦਾਂ ਦੀ ਗੱਲ ਹੋ ਗਈ कि जे को कहे भाईजान आप जब पैदा हुए कितने पाउंड के थे, वो कहता मैं 8 पाउंड का था। कहते जी फिर तो अब अगर होते तो बहुत कम होते, क्यों? कहता बीबीसी बता रहा था पाउंड की कीमत गिर गई है। सो इदां दियां जिहड़ियां हासोहीणियां जियां दलीलां दे के ये जो प्रमाण की कोशिश की जा रही है, ये सिर्फ उलझाण लई है। सो ये केवल प्रमाण की गल है कि जिहड़ा कैलेंडर छापिया जा रहा है ਉਹ ਵੀ ਨਾਨਕਸ਼ਾਹੀ ਨਾਮ ਦੇ ਥੱਲੇ जनवरी तो दिसंबर तक छापिया जा रहा है। हालांकि नानकशाही नूं भी जिहड़ा गुरु साहब ने अपनाया वो चेत तो फग्गण तक सी, और ये कैलेंडर वालियां दा भी दावा है कि चेत तो फग्गण तक दा। फिर जे तुसी चेत तो फग्गण तक दा कैलेंडर है, सदियां तो ये जिहड़ा कैलेंडर है कदी भी इस विच पोह सुदी 7वीं 2 बार नहीं आएगी। इत्थे दा पैमाना मील दा है, अमरीका दा, हिंदुस्तान दा ਉਹ ਕਿਲੋਮੀਟਰ ਦਾ ਹੈ। ਦੋਨੋਂ ਵੱਖ-ਵੱਖ ਪੈਮਾਨੇ ਹਨ, ਇਹਨਾਂ ਨੂੰ ਇੱਕ ਦੂਜੇ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ। ਇਹ ਤਾਂ ਇਦਾਂ ਦੀ ਗੱਲ ਹੋ ਗਈ ਜਿਵੇਂ ਇੱਥੇ ਪੈਮਾਨਾ ਫਾਰਨਹੀਟ ਦਾ ਹੈ, ਫੈਰਨਹੀਟ ਦਾ, ਤੇ ਉੱਥੇ ਸੈਂਟੀਗ੍ਰੇਡ ਦਾ। ਜੇ ਕੋਈ ਕਵੇ ਕਿ ਇੱਥੇ 80 85 90 ਡਿਗਰੀ ਟੈਂਪਰੇਚਰ ਹੋ ਜਾਂਦਾ, ਕਿਸੇ ਨੂੰ ਕੁਝ ਨਹੀਂ ਹੁੰਦਾ, ਤੇ ਹਿੰਦੁਸਤਾਨ ਦੇ ਵਿੱਚ ਤੇ 40 45 ਹੋ ਜਾਏ ਤੇ ਤਰਾਈ ਮੱਚ ਜਾਂਦੀ ਹੈ। ਭਲੇ ਮਾਨਸੋ, ਇਹਦੇ ਵਿੱਚ ਸਮਝਣ ਦੀ ਲੋੜ ਹੈ, ਮਗਰ ਸਿਰਫ ਇਹ ਹੈ ਭੁਲੇਖਾ ਪਾਣਾ। ਹੁਣ ਇਹ ਬਹਾਨਾ ਲਾਇਆ ਗਿਆ, ਇਹਦੇ ਵਿੱਚ 2 ਨੁਕਤੇ ਬਹੁਤ ਅਹਿਮ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸਾਲ ਵਿੱਚ 2 ਵਾਰੀ ਆ ਜਾਂਦਾ, ਜਿਹੜਾ ਕਿ ਸਰਾਸਰ ਗਲਤ ਸੀ।
चेत तो फग्गण वाले कैलेंडर च कदी भी नहीं आएगा। पर मकसद इत्थे कुछ होर है और बहुत गंभीर है और बड़ी गंभीरता नाल ये कहा जा सकता है कि जेड़े गुरु गोबिंद सिंह जी दी हयाती, उन्हां दी बाणी, उन्हां दियां शस्त्र, उन्हां दे अमृत, उन्हां दी हर चीज दे विरोधी हन, वो इस कैलेंडर दे हमायती बन के सामने खड़े हो रहे हैं। इस विच कोई अतकथनी नहीं। ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਕੱਟੜ ਵਿਰੋਧੀ ਰਹੇ ਹਨ, ਉਹੀ ਸਭ ਤੋਂ ਉੱਚੀ ਸੁਰ ਦੇ ਵਿੱਚ ਇਹ ਕਹਿ ਰਹੇ ਹਨ ਕਿ ਅਸੀਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਉਣਾ ਹੈ। ਕਿਸ ਲਈ? ਉਹਨਾਂ ਦੀ ਬਾਣੀ ਦੀ ਨਿਰਾਦਰੀ ਕਰਨ ਲਈ ਜਾਂ ਉਹਨਾਂ ਦੀ ਬਾਣੀ ਨੂੰ ਬਿਲਕੁਲ ਅਣਦੇਖਾ ਕਰਨ ਲਈ। ਪਰ ਇੱਥੇ ਇੱਕ ਹੋਰ ਦਿਲਚਸਪ ਗੱਲ ਹੈ, ਤੁਸੀਂ ਤਾਂ ਕਹਿੰਦੇ ਸੀ कि साल विच 2 वारी आ गया, हुण ते तुहाडे कैलेंडर दे विच हर महीने दीयां संगरांदां भी 2-2 हो गईयां। इहदा मकसद की होया? इहदा मतलब सिर्फ जिहड़ा है वो कौम विच दुबदा पैदा करनी। दूसरी गल एक होर कहा गया कि कैनेडा दी सरकार या होर सरकारां पुछदियां हन कि गुरु गोबिंद सिंह जी दा गुरपुरब दी तारीख दसो, वो पक्की तारीख असीं नहीं दस पांदे। कितनी हैरानी दी गल है कि ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਮਜ਼ਹਬ ਦੇ ਜਿਹੜੇ ਧਾਰਮਿਕ ਕੈਲੰਡਰ ਹਨ, ਸਰਕਾਰੀ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਨਾਲ ਛਪਦੇ ਹਨ, ਵਰਤੇ ਜਾਂਦੇ ਹਨ, ਉਸ ਵਿੱਚ ਕੋਈ ਦੁਬਦਾ ਨਹੀਂ। ਪਰ ਜਿਤਨੇ ਵੀ ਧਾਰਮਿਕ ਕੈਲੰਡਰ ਹਨ, ਇੱਥੇ ਅਮਰੀਕਾ ਵਿੱਚ ਸਭ ਤੋਂ ਤਾਕਤਵਰ ਕੌਮ ਜਿਹੜੀ ਮੰਨੀ ਜਾਂਦੀ ਹੈ ਉਹ ਹੈ ਯਹੂਦੀ। ਉਹਨਾਂ ਦਾ ਆਪਣਾ ਤਿਉਹਾਰ ਹੈ ਹਾਨੂਕਾ। ਈਸਾਈਆਂ ਦਾ ਈਸਟਰ ਹੈ, ਜਾਂ ਇਸ ਤੋਂ ਇਲਾਵਾ ਮਹਾਵੀਰ ਜਯੰਤੀ ਹੈ, या बुद्ध जयंती है, या ईद उल मिलाद है, या होर भी जितने भी त्योहार हैं, कोई भी त्योहार ईसवी कैलेंडर दे नाल या ग्रेगोरीयन या ईसाई कैलेंडर दे नाल उहदियां डेटां बिल्कुल मुकर्रर नहीं हैं। पर एक ही खास प्रिविलेज या मुसीबत सानू पैंदी है, सिर्फ साडे कोलों पुछिया जांदा है, किसी होर कोलों नहीं पुछिया जांदा। बल्कि ये जिहड़ी तारीख फिक्स करन दी जिहड़ी गल कीती जा रही है, दिल मुहम्मद पसरूरी एक इतिहासकार होया है, उसने बहुत सोहना कहा है। कहता है कि इतना ज्यादा सिखां ने पंजाब नूं तबाह कीता है कि हुण तां एक नवां कैलेंडर शुरू हो जाना चाहिए, जिस दा नां रख देना चाहिए जहाने खराब शुद्ध। ये नवां कैलेंडर जिहड़ा शुरू कर देना चाहिए। एक होर भुलेखा पाउण दी कोशिश कीती जांदी है कि यह कैलेंडर हिंदुआं दा कैलेंडर है। ਇਹ ਸਾਡੇ ਨਿਆਰੇਪਨ ਦੇ ਵਿਰੁੱਧ ਹੈ। ਇਸ ਨਾਲ ਸਾਡੀ ਵੱਖਰੀ ਆਇਡੈਂਟੀਟੀ ਖਤਮ ਹੋ ਜਾਏਗੀ ਜੇ ਅਸੀਂ ਗੁਰੂ ਸਾਹਿਬ ਦਾ ਅਪਣਾਇਆ ਹੋਇਆ ਕੈਲੰਡਰ ਲੈ ਲਵਾਂਗੇ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਗੁਰੂ ਸਾਹਿਬ ਨੇ ਤਾਂ ਸਾਰੇ ਸਿੱਖਾਂ ਨੇ ਹੁਣ ਤੱਕ 1999 ਤੱਕ ਇਸ ਵਿੱਚ ਕੋਈ ਦੁਬਦਾ ਨਹੀਂ ਸੀ ਕਿ ਹੁਣ ਹੀ ਇਹ ਮੁਸੀਬਤ ਆਏਗੀ, ਤਾਂ ਉਸ ਦੇ ਤੇ ਇਹਨਾਂ ਦੇ ਇੱਕ ਬਹੁਤ ਪ੍ਰਮੁੱਖ ਵਿਦਵਾਨ ਹਨ, ਵਿਦਵਾਨ ਕਿਹਾ ਜਾ ਸਕਦਾ ਹੈ, ਉਹ ਕਹਿੰਦੇ ਹਨ ਜੀ ਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕੈਲੰਡਰ ਗਲਤ ਹੈ, ਪਰ ਉਹਨਾਂ ਕੋਲ ਟਾਈਮ ਨਹੀਂ ਸੀਗਾ ਕਿ ਉਹ ਇਸ ਨੂੰ ਦਰੁਸਤ ਕਰ ਸਕਣ। ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 239 ਸਾਲ ਦਾ ਸਮਾਂ ਹੈ ਗੁਰੂ ਸਾਹਿਬ ਨੂੰ ਇਸ ਹਯਾਤੀ ਵਿੱਚ, ਇਸ ਜਗਤ ਵਿੱਚ ਰਹਿਣ ਦਾ। ਉਹਨਾਂ ਕੋਲ ਟਾਈਮ ਨਹੀਂ ਮਿਲਿਆ, ਬਾਬਾ ਬੰਦਾ ਬਹਾਦਰ ਨੂੰ ਨਹੀਂ ਮਿਲਿਆ, ਪੁਰਾਤਨ ਸਿੰਘਾਂ ਨੂੰ ਨਹੀਂ ਮਿਲਿਆ। ਹੁਣ ਦੇ ਸਿੱਖ ਇਤਨੇ ਸਿਆਣੇ ਹੋ ਗਏ ਕਿ ਇਹਨਾਂ ਨੇ ਉਸ ਸਾਰੀ ਚੀਜ਼ ਨੂੰ ਤਾਰਾਸ਼ਾਹੀ ਕਰਨ ਦੀ ਗੱਲ ਕਰ ਲਈ। ਇੱਕ ਹੋਰ ਅਹਿਮ ਨੁਕਤਾ ਹੈ ਕਿ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰੋ। ਮੂਲ ਨਾਨਕਸ਼ਾਹੀ ਕੈਲੰਡਰ 2003 ਸ਼੍ਰੋਮਣੀ ਕਮੇਟੀ ਨੇ ਤਾਂ 1999 ਵਿੱਚ ਇਹ ਕੈਲੰਡਰ ਛਾਪਿਆ ਸੀ ਔਰ ਉਸ ਦੇ ਉੱਤੇ ਜੰਤਰੀ ਲਿਖਿਆ ਸੀ। ਹਾਲਾਂਕਿ ਜੰਤਰੀ ਨਹੀਂ ਹੈ, ਇਹ ਸਿਰਫ ਤਰੀਖਾਂ ਦੇਖਣ ਦੀ ਇੱਕ ਸਾਧਨ ਹੈ। ਜੰਤਰੀ ਤਾਂ ਇੱਕ ਜੰਤਰ ਮੰਤਰ ਤੰਤਰ ਦਾ ਇੱਕ ਅੰਗ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਕ, ਬਚੇਗਾ ਨਾ ਕਹੂ ਕਰੇ ਕਾਲ ਚੋਟੰ। ਸੋ ਇਹ ਜਿਹੜਾ ਹੈ ਇਹ ਵੀ ਗਲਤ ਹੈ। 1999 ਦੇ ਵਿੱਚ ਬਣਿਆ, ਉਸ ਨੂੰ ਨਾ ਪ੍ਰਵਾਨ ਕਰ ਦਿੱਤਾ ਗਿਆ। ਉਸ ਵੇਲੇ ਦੇ ਤਤਕਾਲੀਨ ਜਥੇਦਾਰ ਉਹਨਾਂ ਨੇ ਰੱਦ ਕਰ ਦਿੱਤਾ। 2003 ਵਿੱਚ ਜਦੋਂ ਇਸ ਨੂੰ ਫਿਰ ਲੈ ਕੇ ਆਂਦਾ ਗਿਆ ਔਰ ਜਿਸ ਤਰੀਕੇ ਨਾਲ ਪਾਸ ਕੀਤਾ ਗਿਆ, ਉਸ ਵੇਲੇ ਦੀਆਂ ਰਿਪੋਰਟਾਂ ਵੀ ਹਨ, ਅਖਬਾਰੀ ਰਿਪੋਰਟਾਂ ਵੀ ਹਨ ਕਿ ਕਿਸੇ ਨੂੰ ਉਸ ਦੀ ਕਾਪੀ ਵੀ ਨਹੀਂ ਦਿੱਤੀ ਗਈ।
ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਜਦੋਂ ਇਹਨੂੰ ਪਾਸ ਕੀਤਾ ਗਿਆ, ਕਿਸੇ ਕੋਲ ਕਾਪੀ ਨਹੀਂ ਸੀ ਔਰ ਇਹ ਕਿਹਾ ਗਿਆ ਕਿ ਸਮਾਂ ਨਹੀਂ ਹੈ, ਅਸੀਂ ਇਸ ਨੂੰ ਬਾਅਦ ਵਿੱਚ ਦੇ ਦਿਆਂਗੇ। ਜਿਹੜਾ ਪੁਰਾਤਨ ਕੈਲੰਡਰ ਹੈ ਉਹ ਵੀ ਇੱਕ ਚੀਜ਼ ਦੇਖਣ ਵਾਲੀ ਹੈ ਕਿ ਕੈਲੰਡਰ ਨਵਾਂ ਨਹੀਂ ਬਣਾਇਆ ਗੁਰੂ ਸਾਹਿਬ ਨੇ। ਜਿਹੜਾ ਕੈਲੰਡਰ ਚੱਲ ਰਿਹਾ ਸੀ ਉਸ ਦਿਨ ਤੋਂ ਸੰਮਤ ਸ਼ੁਰੂ ਹੋ ਗਿਆ। ਪੁਰਾਤਨ ਕਿਤਾਬਾਂ ਗ੍ਰੰਥਾਂ ਦੇ ਵਿੱਚ ਸੰਮਤ ਨਾਨਕਸ਼ਾਹੀ, ਸੰਮਤ ਖਾਲਸਾ ਲਿਖਿਆ ਮਿਲਦਾ ਹੈ, ਪਰ ਉਹ ਜਿਹੜਾ ਸਿਸਟਮ ਸੀ ਕੈਲੰਡਰ ਦਾ, ਉਹ ਪੰਜਾਬੀਆਂ ਦਾ ਕੈਲੰਡਰ ਸੀ, ਪੰਜਾਬ ਦਾ ਕੈਲੰਡਰ ਸੀ। ਔਰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੇ, ਸਾਰੇ ਗੁਰੂ ਕਾਲ ਦੇ ਕਵੀਆਂ ਨੇ, ਜਾਂ ਉਸ ਤੋਂ ਬਾਅਦ ਵੀ ਜਿਤਨੇ ਧਾਰਮਿਕ ਗ੍ਰੰਥ ਹੈ ਉਹਨਾਂ ਵਿੱਚ ਉਹਨਾਂ ਸੰਮਤ ਦੀ ਤਾਰੀਖ ਦਿੱਤੀ ਗਈ ਹੈ।